आए प्रभ शरणागति कृपा निध दयाल। एक अक्षर हर मन वस्त नानक होत निहाल। धन धन साहिब सतगुरु श्री गुरु ग्रंथ साहिब महाराज सच्चे पातशाह जी दे पावन पवित्र चरण कमलों के अंदर अमृत वेले तो नतमस्तक हो रही गुरु की साजी और नवाजी साध संगत जीओ, फतेह प्रवान करो। आखो वाहे गुरु जी का खालसा वाहे गुरु जी की फतेह। सच्चे पातशाह जी ने सानू बहुत ही सुभागा समा बख्शिश किया है। सतगुरु साहब श्री गुरु ग्रंथ साहिब जी की पावन गुरबाणी जो लड़ीवार विचार आपां गुरुद्वारा श्री बंगला साहिब विखे बड़े ही प्यार दे नाल गुरमुखां दे पासों सरवण करते आ रहे हैं। अज सच्चे पातशाह जी ने सानू जो श्लोक बख्शिश किया है, जिस विच सानू ये समझण दा और विचारन दा सुभागा समा बख्शिश होया है कि किस तरह असी संसार दे विच विचरदे होए समाजिक राजनीतिक अते धार्मिक जिहड़े पहलू ने उन्हां ते किवें संसार दे विच विचर के अपना सेवा जिहड़ी है वो पा सकते हाँ। सिंह साहब जी ने ये चिंता का जिहड़ा विषय है बहुत गंभीर जिहड़ा है वो अपने सामने भी रखिया है। उहदा कारण अज दे इस श्लोक दे विचों पातशाह सानू समझाउण दा यतन करदे ने ते तुसीं बड़े प्यार दे नाल सरवण कीता है। सच्चे पातशाह फरमाउंदे इहदा कारण की है। ना असी समाजिक तौर ते सुचेत हाँ, ना असी राजनीतिक तौर ते ही और ना धार्मिक तौर ते चेतन हाँ। इहदा कारण है पातशाह कहंदे तुसीं सुते होए हो ते सुता कोई एक नहीं है। पातशाह फरमाउंदे ने सुतड़े असंख माया झूठी कारने। असंखां दी गिणती दे विच जो संसार दे विच जीव आए वो माया दे घर दे विच आके सौ गए। हुण माया दे घर दे विच जिहड़ा सुता पिया है उस नूं गुरबाणी दे विच मन कहिंदे ने ते मन दा ही सारा खेल है। मन ने समाजिक तौर ते विचरना है, राजनीतिक तौर ते विचरना है और धार्मिक तौर ते अपनी जिहड़ी ड्यूटी है उसनूं समझना है। लेकिन ये जिहड़ा मन है वो माया दे घर दे विच आके सौ गया है। हालांकि निरंकार परमात्मा ने इस मन नूं ज्ञान बख्शिश करके संसार दे विच किवें विचरना है, धर्म दे मार्ग ते किवें चलना है, किस तरह अपने जीवन नूं सफल करना है, वो सारा ही मन का जदों जन्म होया
ਨਿਰੰਕਾਰ ਪਰਮਾਤਮਾ ਨੇ ਸਮਝਾ ਕੇ ਭੇਜਿਆ ਹੈ, ਜਿਸ ਦੇ ਪਰਥਾਏ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਵੀ ਜੇ ਅਸੀਂ ਸੰਸਾਰ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਹਾਂ, ਸੰਸਾਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਫਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਮਨ ਦੀ ਜਿਹੜੀ ਪੱਤਰੀ ਹੈ ਉਸ ਨੂੰ ਵਾਚਣਾ ਪਏਗਾ। ਪਾਤਸ਼ਾਹ ਦਾ ਫਰਮਾਨ ਹੈ, ਮਨ ਕੀ ਪੱਤਰੀ ਵਾਚਣੀ, ਸੁਖੀ ਹੋਂ ਸੁਖ ਸਾਧ। ਇਹ ਜਿਹੜਾ ਮਨ ਸੁੱਤਾ ਪਿਆ ਹੈ, ਇਹਦੀ ਆਪਾਂ ਹੁਣ ਪੱਤਰੀ ਵਾਚਣੀ ਹੈ। ਮਨ ਦੀ ਇਹ ਹਾਲਾਤ, ਐਸੇ ਹਾਲਾਤ ਕਿਉਂ ਹੋਏ ਨੇ? ਕਿਉਂ ਮਨ ਇਸ ਮਾਇਆ ਦੇ ਘਰ ਦੇ ਵਿੱਚ ਆ ਕੇ ਸੁੱਤਾ ਪਿਆ ਹੈ? ਤੇ ਪਾਤਸ਼ਾਹ ਕਹਿੰਦੇ ਉਥੋਂ ਤੁਸੀਂ ਵਿਚਾਰ ਸ਼ੁਰੂ ਕਰਨੀ ਹੈ ਜਿੱਥੋਂ ਮਨ ਦਾ ਜਨਮ ਹੋਇਆ ਹੈ। ਤੁਸੀਂ ਆਪਣੇ ਮਨ ਦੇ ਜਨਮ ਤੋਂ ਬੋਧ ਕਰਨਾ ਹੈ, ਤੇ ਅਸਲੀ ਪੰਡਤ ਉਹ ਹੀ ਹੈ ਜੋ ਆਪਣੇ ਮਨ ਦਾ ਬੋਧ ਕਰਦਾ ਹੈ। ਤੇ ਪਾਤਸ਼ਾਹ ਦਾ ਫਰਮਾਨ, ਪ੍ਰਥਮ ਹੈ ਮਨ ਪਰਬੁੱਧਹ ਆਪਣਾ। ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਦੀ ਖੋਜ ਕਰਨੀ ਹੈ, ਮਨ ਦੀ ਖੋਜ ਕਰਨੀ ਹੈ। ਸੋ ਪੰਡਤ ਜੋ ਮਨ ਪਰਬੁੱਧ ਹੈ। ਪਾਤਸ਼ਾਹ ਕਹਿੰਦੇ ਜੇ ਅਸੀਂ ਆਪਣੇ ਮਨ ਦਾ ਬੋਧ ਪ੍ਰਾਪਤ ਕਰਦੇ ਹਾਂ ਤੇ ਸਾਨੂੰ ਸੁਰਤਾ ਪੰਡਤ ਕਹਿੰਦੇ ਨੇ। ਜਨਮੇ ਜੀਓ ਜਾਣੇ ਜੇ ਥਾਉ, ਸੁਰਤਾ ਪੰਡਤ ਤਾਕਾ ਨਾਉ। ਇਹ ਜਿਹੜਾ ਮਨ ਸੁੱਤਾ ਪਿਆ ਹੈ, ਇਹ ਨਿਰੰਕਾਰ ਪਰਮਾਤਮਾ ਦਾ ਬੱਚਾ ਹੈ। ਜਦੋਂ ਅਸੀਂ ਮਨ ਦਾ ਬੋਧ ਕਰਦੇ ਹਾਂ, ਮਨ ਦੀ ਖੋਜ ਕਰਦੇ ਹਾਂ, ਤਾਂ ਭੇਦ ਖੁੱਲ੍ਹਦਾ ਹੈ। ਜਿਹੜਾ ਮਨ ਹੈ ਇਹ ਨਿਰੰਕਾਰ ਦੇ ਵਿੱਚੋਂ ਪ੍ਰਗਟ ਹੋਇਆ ਹੈ। ਮਨ ਦੀ ਜਿਹੜੀ ਜੋਤ ਹੈ ਇਹ ਨਿਰੰਕਾਰ ਵਿੱਚੋਂ ਪ੍ਰਗਟ ਹੋਈ ਹੈ। ਤੇ ਨਿਰੰਕਾਰ ਪਰਮਾਤਮਾ ਨੇ ਇਸ ਮਨ ਨੂੰ, ਇਸ ਕਾਇਆ ਦਾ, ਇਸ ਸੰਸਾਰ ਦਾ ਰਾਜਾ ਬਣਾ ਕੇ ਭੇਜਿਆ ਹੋਇਆ ਹੈ। ਤੇ ਰਾਜੇ ਦੀ ਕੀ ਹਾਲਤ ਹੈ ਅੱਜ ਆਪਾਂ ਦੇਖ ਰਹੇ ਹਾਂ। ਜਦੋਂ ਮਨ ਦਾ ਜਨਮ ਹੋਇਆ ਤਾਂ ਪਰਮਾਤਮਾ ਨੇ ਮਨ ਨੂੰ ਰਾਜਾ ਕਹਿ ਕੇ ਸੰਬੋਧਨ ਕੀਤਾ ਤੇ ਇਸ ਨੂੰ ਸੱਚੀ ਮੁੱਚੀ ਦਾ ਰਾਜਾ ਬਣਾ ਕੇ ਭੇਜਿਆ ਹੈ। ਤੇ ਗੁਰਮੁਖ ਪਿਆਰਿਓ, ਸਾਨੂੰ ਕਿੱਥੋਂ ਦਾ ਰਾਜਾ ਬਣਾਇਆ ਹੈ? ਬਾਣੀ ਦਾ ਫਰਮਾਨ ਹੈ, ਕਾਇਆ ਨਗਰੀ ਇਹ ਮਨ ਰਾਜਾ। ਨਿਰੰਕਾਰ ਪਰਮਾਤਮਾ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਹੈ, ਜਿਸ ਵਿੱਚ ਇਹ ਕਾਇਆ ਦਾ ਨਗਰ ਜਿਹੜਾ ਹੈ ਘੜਿਆ ਗਿਆ ਹੈ, ਇਸ ਕਾਇਆ ਨਗਰੀ ਦਾ ਮਨ ਨੂੰ ਰਾਜਾ ਬਣਾਇਆ ਗਿਆ ਹੈ। ਤੇ ਰਾਜੇ ਨੂੰ ਵਿਚਾਰ ਕਰਨ ਵਾਸਤੇ ਸਲਾਹਕਾਰ ਦਿੱਤੇ ਨੇ, ਗਿਆਨ ਇੰਦਰੀਆਂ ਦਿੱਤੀਆਂ ਨੇ ਕਿ ਸੰਸਾਰ ਦੇ ਵਿੱਚ ਰਾਜੇ ਨੇ ਕੋਈ ਵੀ ਫੈਸਲਾ ਲੈਣਾ ਹੈ, ਚਾਹੇ ਉਹ ਸਮਾਜਿਕ ਫੈਸਲਾ ਹੈ, ਚਾਹੇ ਉਹ ਰਾਜਨੀਤਿਕ ਫੈਸਲਾ ਹੈ, ਤੇ ਚਾਹੇ ਉਹ ਧਾਰਮਿਕ ਕੋਈ ਫੈਸਲਾ ਹੈ, ਇਹ ਰਾਜੇ ਨੇ ਸ਼ਬਦ ਦੇ ਵਿੱਚ ਆਸਣ ਲਾ ਕੇ ਆਪਣੀਆਂ ਗਿਆਨ ਇੰਦਰੀਆਂ ਦੇ ਨਾਲ ਸਲਾਹ ਕਰਕੇ ਤੇ ਫਿਰ ਸੰਸਾਰ ਦੇ ਵਿੱਚ ਵਿਚਰਨਾ ਹੁੰਦਾ ਹੈ। ਜੇ ਰਾਜਾ ਸ਼ਬਦ ਦੇ ਵਿੱਚ ਆਸਣ ਲਾ ਕੇ ਗਿਆਨ ਇੰਦਰੀਆਂ ਨਾਲ ਸਲਾਹ ਕਰੇਗਾ ਤੇ ਸੰਸਾਰ ਦੇ ਵਿੱਚ ਹਲੀਮੀ ਰਾਜ ਚੱਲੇਗਾ। ਤੇ ਇਸ ਕਰਕੇ ਰਾਜੇ ਨੂੰ ਹੁਕਮ ਕੀਤਾ ਹੋਇਆ, ਕਾਇਆ ਨਗਰੀ ਇਹ ਮਨ ਰਾਜਾ। ਇਹ ਜਿਹੜੀ ਕਾਇਆ ਹੈ, ਇਸ ਨਗਰੀ ਦੇ ਵਿੱਚ ਮਨ ਨੂੰ ਜਿੱਥੇ ਰਾਜਾ ਬਣਾਇਆ ਤੇ ਰਾਜਾ ਬਣਾ ਕੇ ਇਸ ਨੂੰ ਇੱਕ ਮਹਿਲ ਬਣਾ ਕੇ ਦਿੱਤਾ ਹੈ, ਜਿਸ ਨੂੰ ਪਾਤਸ਼ਾਹ ਬਾਣੀ ਅੰਦਰ ਫਰਮਾਉਂਦੇ ਨੇ, ਕਾਇਆ ਨਗਰੀ ਇਹ ਮਨ ਰਾਜਾ, ਪੰਜ ਵਸੇ ਵਿਚਾਰੀ, ਸ਼ਬਦ ਰਵੇ ਆਸਣ ਘਰ ਰਾਜਾ, ਅਦਲ ਕਰੇ ਗੁਣਕਾਰੀ। ਜਦੋਂ ਮਨ ਨੇ ਸੰਸਾਰ ਦੇ ਵਿੱਚ ਕੋਈ ਵੀ ਫੈਸਲਾ ਲੈਣਾ ਹੈ, ਇਹਨੇ ਸ਼ਬਦ ਦੇ ਵਿੱਚ ਆਸਣ ਲਾਉਣਾ ਹੈ। ਤੇ ਜਦੋਂ ਮਨ ਸ਼ਬਦ ਦੇ ਵਿੱਚ ਆਸਣ ਲਾ ਕੇ ਬੈਠੇਗਾ, ਉਹ ਆਪਣੇ ਮਹਿਲ ਦੇ ਵਿੱਚ ਬੈਠੇਗਾ। ਨਿਰੰਕਾਰ ਨੇ, ਪਰਮਾਤਮਾ ਨੇ ਇਸ ਮਨ ਨੂੰ ਇੱਕ ਮਹਿਲ ਬਣਾ ਕੇ ਦਿੱਤਾ ਹੈ।
ਜਿਸ ਮਹਿਲ ਨੂੰ ਗੁਰਬਾਣੀ ਦੇ ਵਿੱਚ ਨਿਜ ਮਹਿਲ ਕਿਹਾ ਹੋਇਆ ਹੈ। ਜਦੋਂ ਮਨ ਦਾ ਆਸਣ ਸ਼ਬਦ ਵਿੱਚ ਲੱਗੇਗਾ, ਮਨ ਆਪਣੇ ਨਿਜ ਮਹਿਲ ਦੇ ਵਿੱਚ ਬੈਠੇਗਾ ਤੇ ਨਿਜ ਮਹਿਲ ਦੇ ਵਿੱਚ ਬੈਠ ਕੇ ਜਦੋਂ ਫੈਸਲਾ ਕਰੇਗਾ, ਇਸ ਕਾਇਆ ਦੇ ਵਿੱਚ ਵਸਣ ਵਾਲੇ ਜਿਹੜੇ ਜੀਵ ਨੇ ਉਹਦੇ ਹੁਕਮ ਦੇ ਵਿੱਚ ਆ ਜਾਣਗੇ। ਇਸ ਦੇਸ਼ ਦਾ ਜਿਹੜਾ ਮੁਖੀ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਕਾਲ ਕਹਿ ਦਿੱਤਾ ਹੈ, ਤੇ ਜਿਹੜਾ ਕਾਲ ਹੈ ਉਹ ਵੀ ਇਸ ਰਾਜੇ ਦੇ ਹੁਕਮ ਦੇ ਵਿੱਚ ਚੱਲੇਗਾ। ਤੇ ਬਾਣੀ ਦੇ ਵਿੱਚ ਫਰਮਾਇਆ ਹੈ, ਅਰਾਜ ਧੰਮ ਸਤ ਕਾਲ ਇਹ ਸਭ ਤੇਰੀ ਛਾਇਆ। ਜੇ ਤੂੰ ਸ਼ਬਦ ਦੇ ਵਿੱਚ ਆਸਣ ਲੈ ਕੇ ਕੋਈ ਫੈਸਲਾ ਕਰੇਗਾ, ਆ ਜਿਹੜਾ ਸਾਰਾ ਕਾਲ ਦਾ ਦੇਸ਼ ਹੈ, ਇਹ ਕਾਲ ਦੇ ਜਿਹੜੇ ਜੀਵ ਨੇ ਤੇਰੇ ਹੁਕਮ ਦੇ ਵਿੱਚ ਆ ਜਾਣਗੇ। ਕਾਲ ਦੇ ਜਿਹੜੇ ਜੀਵ ਨੇ ਉਹ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਤੇ ਇਹ ਕਾਲ ਦੀ ਇੱਕ ਸਰਕਾਰ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਤ੍ਰੈ ਗੁਣ। ਕਾਲੇ ਕੀ ਸਰਕਾਰਾ, ਨਾਮ ਨ ਚੇਤੇ ਪਾਵਨਹਾਰਾ, ਮਰ ਜੰਮੇ ਫਿਰ ਵਾਰੋ ਵਾਰ। ਜੇ ਮਨ ਸ਼ਬਦ ਦੇ ਵਿੱਚ ਆਸਣ ਲਾ ਕੇ ਨਿਜ ਮਹਿਲ ਦੇ ਵਿੱਚ ਬੈਠ ਕੇ ਕੋਈ ਫੈਸਲਾ ਲਏਗਾ, ਤੇ ਉਸ ਸੰਸਾਰ ਦੇ ਵਿੱਚ ਕਾਲ ਨੂੰ ਮੰਨਣਾ ਪਏਗਾ। ਇਸ ਕਰਕੇ ਪਾਤਸ਼ਾਹ ਨੇ ਇਸ ਮਨ ਨੂੰ ਰਾਜਾ ਬਣਾ ਕੇ ਨਿਜ ਮਹਿਲ ਦੇ ਵਿੱਚ ਬਿਠਾਇਆ ਹੈ। ਤੇ ਰਾਜੇ ਦੇ ਵਾਸਤੇ ਹਰ ਇੱਕ ਸਹੂਲਤ ਰੱਖੀ ਹੋਈ ਹੈ ਵੀ ਰਾਜੇ ਨੂੰ ਕਾਲ ਦੇ ਕੋਲੋਂ ਕੋਈ ਚੀਜ਼ ਨਾ ਮੰਗਣੀ ਪਵੇ। ਇਸ ਕਰਕੇ ਰਾਜੇ ਦੀ ਜਿਹੜੀ ਖੁਰਾਕ ਹੈ ਉਹ ਨਿਜ ਮਹਿਲ ਦੇ ਵਿੱਚ ਰੱਖੀ ਹੋਈ ਹੈ। ਰਾਜੇ ਦੀ ਖੁਰਾਕ ਹੈ ਨਾਮ ਰਸ, ਅੰਮ੍ਰਿਤ ਰਸ। ਔਰ ਪਰਮਾਤਮਾ ਨੇ, ਨਿਰੰਕਾਰ ਨੇ ਨਿਜ ਮਹਿਲ ਦੇ ਵਿੱਚ ਕੁੰਡ ਭਰ ਕੇ ਰੱਖ ਦਿੱਤਾ ਹੈ। ਜਦੋਂ ਤੂੰ ਸ਼ਬਦ ਦੇ ਵਿੱਚ ਆਸਣ ਲਾਵੇਂਗਾ ਤੇ ਜਿੰਨਾ ਮਰਜ਼ੀ ਜਿਹੜਾ ਰਸ ਹੈ, ਆਪਣੀ ਖੁਰਾਕ ਹੈ, ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਤੇ ਬਾਣੀ ਵਿੱਚ ਫਰਮਾਇਆ ਹੈ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਇਥੋਂ ਤੱਕ ਸਹੂਲਤ ਰੱਖ ਦਿੱਤੀ ਹੈ ਕਿ ਜੇ ਰਾਜਾ ਅੰਦਰੋਂ ਕੁੰਡ ਵਿੱਚੋਂ ਅੰਮ੍ਰਿਤ ਨਹੀਂ ਪੀਣਾ ਚਾਹੁੰਦਾ, ਤਾਂ ਇਸ ਦੇਸ਼ ਦੇ ਵਿੱਚ 7 ਸਮੁੰਦਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਨੂੰ ਵਿਧੀ ਦੱਸੀ ਹੋਈ ਹੈ ਕਿ ਆਪ ਕਿਸ ਤਰ੍ਹਾਂ ਅੰਮ੍ਰਿਤ ਤਿਆਰ ਕਰਕੇ ਪੀ ਸਕਦਾ ਹੈ। ਕਿਉਂਕਿ ਜੇ ਰਾਜਾ ਆਪਣੀ ਖੁਰਾਕ ਲਵੇਗਾ, ਉਹ ਕਾਲ ਦੇ ਦਾਇਰੇ ਦੇ ਵਿੱਚ ਨਹੀਂ ਜਾਏਗਾ, ਉਹ ਕਾਲ ਦੇ ਮਤਹਿਤ ਨਹੀਂ ਹੋਏਗਾ ਤੇ ਕਾਲ ਦੀ ਜਿਹੜੀ ਖੁਰਾਕ ਨਹੀਂ ਖਾਏਗਾ। ਇਸ ਕਰਕੇ ਰਾਜੇ ਨੂੰ ਸਮਝਾਇਆ ਹੋਇਆ, ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤਿ ਮਨੁਆ ਆਸਥਿਰ ਰਾਖੋ, ਇਨ ਬੇਦ ਅੰਮ੍ਰਿਤ ਪਿਆਈਏ। ਹੁਣ ਜਿੱਥੇ ਰਾਜੇ ਦਾ ਮਹਿਲ ਬਣਾਇਆ ਹੋਇਆ ਹੈ ਮਨ ਦਾ, ਉਸ ਮਹਿਲ ਦੇ ਵਿੱਚ ਸਾਰੀਆਂ ਸਹੂਲਤਾਂ ਰੱਖੀਆਂ ਹੋਈਆਂ ਨੇ ਵੀ ਰਾਜੇ ਨੂੰ ਹਰ ਇੱਕ ਸਹੂਲਤ ਘਰ ਦੇ ਵਿੱਚੋਂ ਮਿਲੇ। ਤੇ ਮਹਿਲ ਦੇ ਵਿੱਚ ਕੀ ਰੱਖਿਆ ਹੋਇਆ ਹੈ, ਮਾਰੇ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਸਮਝਾਉਂਦੇ ਨੇ। ਜਦੋਂ ਨਿਰੰਕਾਰ ਪਰਮਾਤਮਾ ਨੇ ਮਨ ਨੂੰ ਰਾਜਾ ਥਾਪਿਆ, ਇਹ ਕਾਇਆ ਨਗਰੀ ਤਿਆਰ ਹੋਈ। ਇਹਦੇ ਵਿੱਚ ਜਿਹੜਾ ਨਿਜ ਮਹਿਲ ਬਣਾਇਆ ਗਿਆ, ਉਸ ਨਿਜ ਮਹਿਲ ਦੇ ਵਿੱਚ ਕੀ ਕੁਝ ਰੱਖਿਆ ਹੋਇਆ ਹੈ। ਤੇ ਰਾਜੇ ਨੂੰ ਸਮਝਾਇਆ ਗਿਆ, ਉਹ ਆਂਦੇ ਸੁਖ ਸਾਗਰ, ਸੁਰ ਧਰ, ਚਿੰਤਾ ਮਨ, ਕਾਮ ਧੇਨ, ਬਸ ਜਾ ਕੇ, 4 ਪਦਾਰਥ, ਅਸ਼ਟ ਦਸਾ, ਸਿੱਧ, 9 ਨਿਧ, ਘਰ ਤਲ ਤਾਕੇ। ਨਿਜ ਮਹਿਲ ਦੇ ਵਿੱਚ ਚਿੰਤਾ ਮਣੀ ਦਾ ਪ੍ਰਬੰਧ ਕੀਤਾ ਗਿਆ ਵੀ ਰਾਜਾ ਜੇ ਆਪ ਚਿੰਤਾ ਤੋਂ ਰਹਿਤ ਹੋਏਗਾ ਤੇ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਇਹ ਪ੍ਰਜਾ ਨੂੰ ਵੀ ਚਿੰਤਾ ਤੋਂ ਰਹਿਤ ਰੱਖ ਸਕਦਾ ਹੈ। ਤੇ ਜੇ ਰਾਜਾ ਆਪ ਹੀ ਚਿੰਤਾ ਵਿੱਚ ਚਲਾ ਗਿਆ, ਸੈਂਸਿਆਂ ਵਿੱਚ ਚਲਾ ਗਿਆ, ਭਰਮ ਦੇ ਵਿੱਚ ਚਲਾ ਗਿਆ, ਤੇ ਫਿਰ ਦੂਸਰਿਆਂ ਨੂੰ ਕਿਵੇਂ ਚਿੰਤਾ ਤੋਂ ਰਹਿਤ ਰੱਖੇਗਾ। ਇਸ ਕਰਕੇ ਚਿੰਤਾ ਮਣੀ ਦਾ ਪ੍ਰਬੰਧ ਕੀਤਾ ਗਿਆ। ਉਹ ਮਣੀ ਦਾ ਪ੍ਰਕਾਸ਼ ਅੰਦਰ ਰੱਖਿਆ ਗਿਆ, ਜਿਸ ਨੂੰ ਮਾਰੇ ਗੁਰਬਾਣੀ 'ਚ ਫਰਮਾਉਂਦੇ ਨੇ, ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਪਵਨ ਧਣੀ, 5 ਸ਼ਬਦ ਨਿਰਮਾਇਲ ਬਾਜੇ।
ਉੱਥੇ ਸੁਖ ਸਾਗਰ ਦਾ ਪ੍ਰਬੰਧ ਕੀਤਾ ਗਿਆ, ਨਾਮ ਦਾ ਪ੍ਰਬੰਧ ਕੀਤਾ ਗਿਆ ਕਿ ਇਹ ਜਿਹੜਾ ਰਾਜਾ ਹੈ ਆਪ ਚਿੰਤਾ ਤੋਂ ਰਹਿਤ ਰਹੇਗਾ ਤੇ ਸੰਸਾਰ ਦੇ ਵਿੱਚ ਇਹ ਸਮਾਜ ਵਿੱਚ ਵਿਚਰੇਗਾ ਤੇ ਸਮਾਜ ਦੇ ਵਿੱਚ ਵਿਚਰਦੇ ਹੋਇਆਂ ਤੇ ਦੂਸਰਿਆਂ ਨੂੰ ਵੀ ਨਿਰੰਕਾਰ ਦਾ ਸੰਦੇਸ਼ ਦੇਗਾ। ਇਸ ਕਰਕੇ ਜੋ ਵੀ ਪਰਮਾਤਮਾ ਦੇ ਆਪਣੇ ਵਸ ਵਿੱਚ ਹੈ ਉਹ ਨਿਜ ਮਹਿਲ ਦੇ ਵਿੱਚ ਰੱਖਿਆ ਗਿਆ ਤੇ ਨਿਜ ਮਹਿਲ ਦੇ ਵਿੱਚ ਰੱਖ ਕੇ ਮਨ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸਮਝਾਇਆ ਗਿਆ ਕਿ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਨਾ ਹੈ, ਚਾਹੇ ਸਮਾਜਿਕ ਤੌਰ ਤੇ ਵਿਚਰਨਾ, ਚਾਹੇ ਤੁਸੀਂ ਰਾਜਨੀਤਿਕ ਤੌਰ ਤੇ ਵਿਚਰਨਾ ਤੇ ਚਾਹੇ ਤੁਸੀਂ ਧਾਰਮਿਕ ਧਰਮ ਦੇ ਮਾਰਗ ਤੇ ਚੱਲਣਾ, ਜਾਗਤ ਅਵਸਥਾ ਦੇ ਵਿੱਚ ਰਹਿਣਾ ਹੈ। ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਸੰਪਰਕ ਕਰਨਾ ਹੈ ਤੇ ਤੁਹਾਡੇ ਘਰ ਦੇ ਵਿੱਚ ਮੈਂ ਸਾਰੀਆਂ ਸਹੂਲਤਾਂ ਰੱਖੀਆਂ ਹੋਈਆਂ ਨੇ। ਹੁਣ ਇਸ ਮਨ ਨੂੰ ਨਿਰੰਕਾਰ ਪਰਮਾਤਮਾ ਸਮਝਾਉਂਦੇ ਨੇ ਜਦੋਂ ਇਸ ਨੂੰ ਸੰਸਾਰ ਦੇ ਵਿੱਚ ਭੇਜਣਾ ਹੈ ਤੇ ਕੀ ਕਹਿੰਦੇ ਨੇ, ਉਹ ਆਂਦੇ ਖੱਟ ਨੇਮ ਕਰ ਕੋਠੜੀ ਬੰਨ੍ਹਦੀ, ਵੀ ਤੈਨੂੰ ਮੈਂ ਜਿਹੜਾ ਘਰ ਹੈ, ਜਿਹੜੀ ਕੋਠੜੀ ਹੈ, ਇਹ 6 ਚੱਕਰਾਂ ਤੋਂ ਉੱਪਰ ਬਣਾ ਕੇ ਦੇ ਦਿੱਤੀ ਹੈ। ਖੱਟ ਹੁੰਦਾ ਹੈ 6 ਤੇ ਸਮਝਾਉਂਦੇ ਨੇ, ਆਂਦੇ ਖੱਟ ਨੇਮ ਕਰ ਕੋਠੜੀ ਬੰਨ੍ਹਦੀ, ਬਸਤ ਅਨੂਪ ਬੀਜ ਪਾਈ। ਇਹ ਜਿਹੜੀ ਮੈਂ ਤੈਨੂੰ ਕੋਠੜੀ, ਜਿਹੜਾ ਨਿਜ ਮਹਿਲ ਥਿਰ ਘਰ ਬਣਾ ਕੇ ਦਿੱਤਾ, ਇਹਦੇ ਵਿੱਚ ਮੈਂ ਵਸਤੂ ਤੇਰੇ ਵਾਸਤੇ ਸਾਰੀਆਂ ਰੱਖ ਦਿੱਤੀਆਂ ਨੇ। ਜਦੋਂ ਤੂੰ ਸੰਸਾਰ ਦੇ ਵਿੱਚ ਕਾਲ ਦੇ ਦੇਸ਼ ਦੇ ਵਿੱਚ ਰਾਜ ਭਾਗ ਦੇਖਣ ਜਾਣਾ ਹੈ ਤੇ ਜਦੋਂ ਤੂੰ ਨਿਜ ਮਹਿਲ ਦੇ ਵਿੱਚੋਂ ਨਿਕਲਣਾ, ਇਹ ਜਿਹੜਾ ਤੇਰਾ ਕੋਠੜੀ ਹੈ, ਮਹਿਲ ਦਾ ਦਰਵਾਜ਼ਾ ਹੈ, ਇਹ ਬੰਦ ਹੋ ਜਾਇਆ ਕਰੇਗਾ। ਇਹਦੇ ਵਿੱਚ ਪਾਉਣ ਦਾ ਜਿੰਦਰਾ ਲੱਗ ਜਾਇਆ ਕਰੇਗਾ ਤੇ ਵਿੱਚ ਹੀ ਚਾਬੀ ਰੱਖੀ ਜਾਏਗੀ। ਤੂੰ ਕਾਲ ਦੇ ਦਾਇਰੇ ਦੇ ਵਿੱਚ ਵਿਚਰਦਾ ਹੋਇਆ ਆਪਣੇ ਸਲਾਹਕਾਰਾਂ ਦੇ ਨਾਲ, ਗਿਆਨ ਇੰਦਰੀਆਂ ਦੇ ਨਾਲ ਜਾਗਤ ਅਵਸਥਾ ਦੇ ਵਿੱਚ ਰਹਿਣਾ ਹੈ, ਗਾਫਲ ਨਹੀਂ ਹੋਣਾ। ਤੇ ਸੰਸਾਰ ਦੇ ਵਿੱਚ ਵਿਚਰਦੇ ਹੋਇਆਂ ਫਿਰ ਤੂੰ ਇਸੇ ਤਰ੍ਹਾਂ ਨਿਜ ਮਹਿਲ ਦੇ ਵਿੱਚ ਆ ਕੇ ਆਸਣ ਦੇ ਉੱਪਰ ਬੈਠ ਜਾਣਾ ਹੈ। ਹੁਣ ਮਨ ਨੂੰ ਸਮਝਾਉਂਦੇ ਤੇ ਪਾਤਸ਼ਾਹ ਨੇ ਫਰਮਾਇਆ, ਉਹ ਆਂਦੇ ਖੱਟ ਨੇਮ ਕਰ ਕੋਠੜੀ ਬੰਨ੍ਹਦੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨ ਲਾਈ। ਅਬ ਮਨ ਜਾਗਤ ਰਹੋ ਰੇ ਭਾਈ। ਆਂਦੇ ਜਦੋਂ ਤੂੰ ਨਿਜ ਮਹਿਲ ਦੇ ਵਿੱਚੋਂ ਅਕਾਲ ਦੇ ਦਾਇਰੇ ਵਿੱਚ ਜਾਣਾ ਹੈ, ਅੱਜ ਇੱਥੋਂ ਪਾਉਣ ਦਾ ਸੰਪਰਕ ਇਸ ਸਰੀਰ ਦੇ ਨਾਲ ਹੁੰਦਾ ਹੈ, ਇੱਥੋਂ ਮਾਇਆ ਸ਼ੁਰੂ ਹੋ ਜਾਂਦੀ ਹੈ, ਇੱਥੋਂ ਕਾਲ ਦਾ ਦੇਸ਼ ਸ਼ੁਰੂ ਹੋ ਜਾਂਦਾ ਹੈ। ਜੋ ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਦੇਖਦੇ ਹਾਂ, ਇਹ ਜਿਹੜਾ ਸਰੀਰ ਹੈ, ਇਹ ਕਾਲ ਦੇ ਵਸ ਕੀਤਾ ਹੋਇਆ ਹੈ। ਬਾਣੀ ਦਾ ਫਰਮਾਨ ਹੈ, ਖੰਡ ਪਤਾਲ ਦੀਪ ਸਭ ਲੋਆ, ਕਾਲੇ ਕੇ ਵਸ ਪ੍ਰਭ ਆਪ ਕੀਆ। ਇਹ ਜਿੱਥੋਂ ਪਾਉਣ ਦਾ ਸੰਪਰਕ ਇਸ ਸਰੀਰ ਨਾਲ ਜੁੜਦਾ, ਇੱਥੋਂ ਮਾਇਆ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਇਹਨੂੰ ਸਰੀਰ ਨੂੰ ਕਹਿੰਦੇ ਨੇ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਕਿ ਜਦੋਂ ਤੂੰ ਸ਼ਬਦ ਨੂੰ ਛੱਡ ਕੇ ਪਾਉਣ ਵਿੱਚ ਮਿਲੇਗਾ, ਤੇਰਾ ਮਾਇਆ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਜਾਏਗਾ। ਮਾਇਆ ਦੇ ਘਰ ਦੇ ਵਿੱਚ ਜਾ ਕੇ ਗਾਫਲ ਨਹੀਂ ਹੋਣਾ, ਸੌਣਾ ਨਹੀਂ। ਜੇ ਤੂੰ ਸੌਂ ਗਿਆ, ਤੇਰੇ ਨਾਲ ਧੋਖਾ ਹੋ ਸਕਦਾ ਹੈ। ਹੁਣ ਮਨ ਨੂੰ ਪਹਿਲਾਂ ਸਮਝਾਇਆ ਹੋਇਆ ਸੀ, ਅਬ ਮਨ ਜਾਗਤ ਰਹੋ ਰੇ ਭਾਈ, ਤੁਸੀਂ ਜਾਗਣਾ ਹੈ। ਗਾਫਲ ਹੋਏ ਕੇ ਜਨਮ ਗਵਾਇਓ, ਚੋਰ ਮੁੱਸੇ ਕਰ ਜਾਈ। ਜੇ ਤੁਹਾਡੇ ਨਾਲ ਧੋਖਾ ਹੋ ਗਿਆ, ਜਦੋਂ ਤੁਸੀਂ ਇੱਥੋਂ ਦਰ ਤੋਂ ਚੱਲਣਾ ਹੈ, ਤੁਹਾਡੇ ਮਗਰ 5 ਚੋਰ ਲੱਗ ਜਾਣਗੇ। ਤੁਸੀਂ ਸ਼ਬਦ ਦਾ ਪ੍ਰਕਾਸ਼ ਲੈ ਕੇ ਨਿਕਲਣਾ ਹੈ। ਜਦੋਂ ਰਾਜ ਭਾਗ ਦੇਖਣ ਵਾਸਤੇ ਜਾਣਾ ਤੇ ਸ਼ਬਦ ਵਿੱਚ ਸਮਾ ਕੇ ਜਾਣਾ ਹੈ। ਜੇ ਤੁਸੀਂ ਸਮਾਜਿਕ ਵਿਚਰਨਾ ਹੈ, ਜੇ ਤੁਸੀਂ ਰਾਜਨੀਤਿਕ ਵਿਚਰਨਾ ਹੈ, ਤੇ ਚਾਹੇ ਤੁਸੀਂ ਧਾਰਮਿਕ ਮਾਰਗ ਤੇ ਚੱਲਣਾ ਹੈ, ਸ਼ਬਦ ਦਾ ਪ੍ਰਕਾਸ਼ ਲੈ ਕੇ ਜਾਣਾ ਹੈ। ਤੇ ਜੇ ਤੁਸੀਂ ਸ਼ਬਦ ਨਾਲੋਂ ਟੁੱਟ ਗਏ ਤੇ ਤੁਹਾਡੇ ਤੇ ਮਾਇਆ ਪ੍ਰਭਾਵ ਪਾ ਦੇਗੀ। ਤੇ ਜੇ ਮਾਇਆ ਨੇ ਪ੍ਰਭਾਵ ਪਾ ਦਿੱਤਾ
ਤੇ ਸਮਾਜ ਦੇ ਵਿੱਚ ਅਸਥਿਰਤਾ ਫੈਲ ਜਾਏਗੀ। ਤੁਹਾਡੇ ਘਰ ਦੇ ਵਿੱਚ ਕਲੇਸ਼ ਪੈ ਸਕਦਾ ਹੈ, ਤੁਹਾਡਾ ਵਿਚਾਰਾਂ ਦਾ ਟਕਰਾਅ ਹੋ ਜਾਏਗਾ, ਤੁਸੀਂ ਸਾਰੇ ਇੱਕ ਦੂਸਰੇ ਨਾਲ ਉਲਝ ਜਾਓਗੇ, ਆਪਣਾ ਅਸਲੀ ਮਾਰਗ ਜਿਹੜਾ ਹੈ ਉਹ ਭੁੱਲ ਜਾਓਗੇ। ਜਿਸ ਤਰ੍ਹਾਂ ਆਪਾਂ ਸਿੰਘ ਸਾਹਿਬ ਦੱਸ ਰਹੇ ਸੀ ਕਿ ਅੱਜ ਦੀ ਅਵਸਥਾ ਦੇ ਵਿੱਚ ਜਿਹੜਾ ਜੀਵ ਹੈ ਉਹ ਆਪਣਾ ਅਸਲੀ ਮਾਰਗ ਭੁੱਲ ਚੁੱਕਾ ਹੈ, ਉਹ ਆਪਣਾ ਅਸਲੀ ਨਿਸ਼ਾਨਾ ਭੁੱਲ ਚੁੱਕਾ ਹੈ ਕਿ ਉਹਨੇ ਸੰਸਾਰ ਦੇ ਵਿੱਚ ਕੀ ਕਰਨਾ ਹੈ। ਦੌੜ ਲੱਗੀ ਹੋਈ ਹੈ, ਕੋਈ ਕਿਸੇ ਪਾਸੇ ਭੱਜਾ ਫਿਰਦਾ ਹੈ, ਕੋਈ ਕਿਸੇ ਪਾਸੇ ਭੱਜਾ ਫਿਰਦਾ ਹੈ। ਉਹਦਾ ਕਾਰਨ ਕੀ ਹੈ? ਨਿਰੰਕਾਰ ਪਰਮਾਤਮਾ ਨੇ ਮਨ ਨੂੰ ਸਮਝਾਇਆ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਓ। ਜਦੋਂ ਤੁਸੀਂ ਇਥੋਂ ਨਿਜ ਮਹਿਲ ਦੇ ਵਿੱਚੋਂ ਨਿਕਲੋਗੇ, ਤੁਹਾਡੇ ਮਗਰ 5 ਚੋਰ ਲੱਗ ਜਾਣਗੇ, ਮਾਇਆ ਲੱਗ ਜਾਏਗੀ। 5 ਪਹਿਰੂਆ ਦਰ ਮੇਂ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਿਆਰਾ। ਤੁਸੀਂ ਜਦੋਂ ਆਪਣੇ ਘਰੋਂ ਨਿਕਲਣਾ, ਸ਼ਬਦ ਦਾ ਪ੍ਰਕਾਸ਼ ਲੈ ਕੇ ਨਿਕਲਣਾ ਹੈ। ਜੇ ਸ਼ਬਦ ਦੇ ਵਿੱਚ ਸਮਾ ਕੇ ਚੱਲੋਗੇ, ਇਹ ਦੂਤ ਤੁਹਾਡੇ ਨੇੜੇ ਨਹੀਂ ਆਉਣਗੇ। ਜੇ ਤੁਸੀਂ ਸ਼ਬਦ ਨਾਲ ਟੁੱਟ ਗਏ ਤੇ ਤੁਹਾਨੂੰ ਘਰ ਨੂੰ ਆਉਣ ਦਾ ਰਸਤਾ ਭੁਲਾ ਦੇਣਗੇ ਤੇ ਤੁਹਾਨੂੰ 9 ਦਰਾਂ ਦੇ ਵਿੱਚ ਲਈ ਫਿਰਨਗੇ। ਤੇ ਜੇ ਤੁਸੀਂ 9 ਦਰਾਂ ਵਿੱਚ ਭੱਜੇ ਫਿਰਦੇ ਰਹੇ, ਆਪਣੇ ਆਸਣ ਤੇ ਨਾ ਬੈਠੇ, ਤੇ ਰਾਜ ਉਹਨਾਂ ਦੇ ਹੱਥ ਵਿੱਚ ਚਲਾ ਜਾਏਗਾ। ਉਹ ਤੁਹਾਡੀਆਂ ਗਿਆਨ ਇੰਦਰੀਆਂ ਨੂੰ ਕਵਰ ਕਰ ਲੈਣਗੇ, ਤੁਹਾਡੀ ਰਸਨਾ ਨੂੰ ਪਕੜ ਲੈਣਗੇ, ਤੁਹਾਡੀਆਂ ਅੱਖਾਂ ਤੇ ਬੈਠ ਜਾਣਗੇ, ਤੁਹਾਡੇ ਜਿਹੜੇ ਸਰਵਣ ਨੇ ਇਹਨਾਂ ਨੂੰ ਕਾਬੂ ਕਰ ਲੈਣਗੇ, ਤੇ ਕਾਲ ਦਾ ਜਿਹੜਾ ਰਾਜ ਹੈ ਉਹ ਫੈਲਣਾ ਸ਼ੁਰੂ ਹੋ ਜਾਏਗਾ। ਇਸ ਕਰਕੇ ਨਿਰੰਕਾਰ ਨੇ ਮਨ ਨੂੰ ਪਹਿਲਾਂ ਸੁਚੇਤ ਕੀਤਾ ਤੇ ਸਮਝਾਇਆ, 5 ਪਹਿਰੂਆ ਦਰ ਮੇਂ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ, ਤੋ ਲੈ ਪ੍ਰਗਾਸ ਉਜਿਆਰਾ। 9 ਘਰ ਦੇਖ ਜੋ ਕਾਮਨ ਭੁੱਲੀ। ਜੇ ਤੁਸੀਂ ਸ਼ਬਦ ਨਾਲੋਂ ਟੁੱਟ ਗਏ ਤੇ ਤੁਸੀਂ ਪਾਉਣ ਵਿੱਚ ਮਿਲ ਗਏ, ਤੇ ਪਾਉਣ ਵਿੱਚ ਮਿਲ ਕੇ 9 ਦਰਾਂ ਦੇ ਵਿੱਚ ਵਿਚਰੋਗੇ, ਤੇ 9 ਦਰ ਜਿਹੜੇ ਨੇ ਕਾਲ ਦੇ ਦਾਇਰੇ ਵਿੱਚ ਖੁੱਲਦੇ ਨੇ, ਤੇ ਕਾਲ ਫਿਰ ਤੁਹਾਨੂੰ ਆਪਣੇ ਮੁਤਾਬਕ ਲਈ ਫਿਰੇਗਾ। 9 ਘਰ ਦੇਖ ਜੋ ਕਾਮਨ ਭੁੱਲੀ, ਵਸਤ ਅਨੂਪ ਨ ਪਾਈ, ਕਾਹਤ ਕਬੀਰ ਨਵੇਂ ਘਰ ਮੂਸੇ, 10ਵੇਂ ਤਤ ਸਮਾਈ। ਫਿਰ ਤੁਸੀਂ ਲੁੱਟੇ ਜਾਓਗੇ, ਤੁਹਾਡੇ ਨਾਲ ਧੋਖਾ ਹੋ ਜਾਏਗਾ। ਇਹ ਸਾਰਾ ਸਮਝਾਇਆ। ਸਮਝਾਉਣ ਤੋਂ ਬਾਅਦ ਜਦੋਂ ਮਨ ਨੂੰ ਸੰਸਾਰ ਦੇ ਵਿੱਚ ਭੇਜਦੇ ਨੇ, ਖੇਲ ਸ਼ੁਰੂ ਹੁੰਦਾ ਹੈ। ਜਿਉਂ ਹੀ ਸੰਸਾਰ ਦੇ ਵਿੱਚ ਪ੍ਰਵੇਸ਼ ਹੁੰਦਾ ਤੇ ਮਹਾਰਾਜ ਕਹਿੰਦੇ ਨੇ, ਜੋਨ ਛਾੜ ਜਾਂ ਜਗ ਮੇ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਹੁਣ ਸੰਸਾਰ ਦੇ ਵਿੱਚ ਜਿਉਂ ਹੀ ਪ੍ਰਵੇਸ਼ ਹੁੰਦਾ ਹੈ ਮਨ, ਇਹ ਸਭ ਤੋਂ ਪਹਿਲਾਂ ਪਾਉਣ ਦੇ ਵਿੱਚ ਆ ਕੇ ਮਿਲਦਾ ਹੈ। ਜਦੋਂ ਮਨ ਪਾਉਣ ਦੇ ਵਿੱਚ ਆ ਕੇ ਮਿਲਦਾ, ਇੱਥੋਂ ਦਰ ਸ਼ੁਰੂ ਹੁੰਦਾ ਹੈ। ਪਾਉਣ ਦੇ ਵਿੱਚ ਪ੍ਰਵੇਸ਼ ਹੋਣ ਦੇ ਨਾਲ ਹੀ ਸ਼ਬਦ ਨਾਲੋਂ ਵਿਛੋੜਾ ਪੈ ਜਾਂਦਾ ਹੈ, ਲਿਵ ਟੁੱਟ ਜਾਂਦੀ ਹੈ। ਜਿਹਨੂੰ ਪਾਤਸ਼ਾਹ ਫਰਮਾਉਂਦੇ ਨੇ, ਜਾਤਿ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਸ਼ਬਦ ਨਾਲੋਂ ਲਿਵ ਟੁੱਟ ਗਈ, ਮਨ ਪਾਉਣ ਵਿੱਚ ਆ ਕੇ ਪ੍ਰਵੇਸ਼ ਹੁੰਦਾ, ਇਥੋਂ ਮਾਇਆ ਪ੍ਰਗਟ ਹੋ ਜਾਂਦੀ ਹੈ। ਜਿਉਂ ਹੀ ਸ਼ਬਦ ਨਾਲੋਂ ਲਿਵ ਟੁੱਟਦੀ ਹੈ, ਅਗਲੇ ਪਾਸੇ ਜਿਹੜਾ ਕਾਲ ਹੈ ਉਹ ਆਪਣੇ ਦੂਤਾਂ ਨੂੰ ਲੈ ਕੇ ਮਨ ਨੂੰ ਮਿਲਦਾ ਹੈ ਵੀ ਰਾਜਾ ਸਾਡੇ ਦੇਸ਼ ਵਿੱਚ ਆਇਆ ਹੈ। ਉਹ ਪਹਿਲਾਂ ਤਾਂ ਹੁਕਮ ਦੇ ਵਿੱਚ ਚੱਲਦੇ ਨੇ। ਮਰ ਕਹਿੰਦੇ ਨੇ, ਜਮ ਕਾਲ ਮਿਲੇ ਦੇ ਭੇਟ, ਸੇਵਕ ਨਿਤ ਹੋਈ। ਪਹਿਲਾਂ ਦੇਖਦੇ ਨੇ ਵੀ ਕਿਤੇ ਸ਼ਬਦ ਨਾਲ ਤਾਂ ਨਹੀਂ ਜੁੜਿਆ ਹੋਇਆ, ਪਹਿਲਾਂ ਹੁਕਮ ਦੇ ਵਿੱਚ ਚੱਲਦੇ ਨੇ। ਤੇ ਜਦੋਂ ਉਹ ਦੇਖਦੇ ਨੇ ਵੀ ਇਹਦੀ ਸ਼ਬਦ ਨਾਲੋਂ ਲਿਵ ਟੁੱਟ ਗਈ ਹੈ, ਮਨ ਸਾਡੇ ਇਲਾਕੇ ਵਿੱਚ ਆ ਚੁੱਕਾ ਹੈ, ਉਹ ਮਾਇਆ ਨੂੰ ਹੁਕਮ ਕਰਦਾ ਹੈ ਵੀ ਇਸ ਤੇ ਭਰਮ ਪਾ ਦਿਓ। ਇਸ ਤਰ੍ਹਾਂ ਕਰੋ, ਜਿਹੜਾ ਮਨ ਹੈ ਇਹ ਸਾਡੇ ਦੇਸ਼ ਵਿੱਚ ਰਹਿ ਜੇ, ਇਹਨੂੰ ਇਸ ਤਰ੍ਹਾਂ ਕਰੋ ਵੀ ਇਹ ਸੌਂ ਜੇ। ਤੇ ਜਦੋਂ ਇਹ ਸੌਂ ਗਿਆ ਤੇ ਰਾਜ ਭਾਗ ਆਪਾਂ ਕਰਾਂਗੇ। ਜੋ ਹੀ ਮਨ ਇੱਥੇ ਪਾਉਣ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਇਸ ਨੂੰ ਸਵਾਉਣ ਵਾਸਤੇ
ਉਹ ਨਸ਼ਾ ਦੇਣਾ ਸ਼ੁਰੂ ਕਰ ਦਿੰਦੇ ਨੇ। ਇਸ ਮਨ ਨੂੰ ਮੱਧ ਪਿਆਉਣ ਵਾਸਤੇ ਤਮੋ ਗੁਣ ਦੇ ਉੱਪਰ ਲੈ ਜਾਂਦੇ ਨੇ ਤੇ ਤਮੋ ਗੁਣ ਦੇ ਉੱਪਰ ਜਾ ਕੇ ਇਹ ਜਿਹੜਾ ਮਨ ਹੈ ਇਹਨੂੰ ਨਸ਼ਾ ਦਿੱਤਾ ਜਾਂਦਾ ਹੈ, ਮੱਧ ਪਿਆ ਦਿੱਤੀ ਜਾਂਦੀ ਹੈ। ਤੇ ਕਿਹੜੀ ਮੱਧ ਪਿਆਉਂਦੇ ਨੇ? ਜਿਸ ਵਿੱਚ ਮਨ ਆ ਕੇ ਸੌਂ ਜਾਂਦਾ ਹੈ, ਜਿਸ ਅਵਸਥਾ ਦੇ ਵਿੱਚ ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਹੈ। ਤੇ ਬਾਣੀ ਦਾ ਫਰਮਾਨ ਹੈ, ਕਲ ਕਲ ਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ, ਪਿਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਉਹਨਾਂ ਨੇ ਇਸ ਤਰੀਕੇ ਨਾਲ ਵਿਉਂਤ ਬਣਾਈ, ਮਨ ਨੂੰ ਨਸ਼ਾ ਦਿੱਤਾ, ਇਹ ਮਨ ਸੌਂ ਗਿਆ। ਹੁਣ ਜਦੋਂ ਇਹ ਜਿਹੜਾ ਮਨ ਹੈ ਮਾਇਆ ਦੇ ਘਰ ਵਿੱਚ ਆਉਂਦਾ, ਇਹ ਵਕਾਰਾਂ ਦੇ ਵਿੱਚ ਆ ਕੇ ਸੌਂ ਜਾਂਦਾ ਹੈ। ਤੇ ਜਦੋਂ ਮਨ ਸੌਂ ਗਿਆ, ਨਸ਼ਾ ਦਿੱਤਾ, ਇਹਦੇ ਸਲਾਹਕਾਰ ਵੀ ਸੌਂ ਜਾਂਦੇ ਨੇ। ਤੇ ਕੈਸੀ ਅਵਸਥਾ ਬਣ ਗਈ? ਪਾਉਂਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ में कोई जागत रहे, ਸਾਬਤ ਵਸਤ ਸੋ ਆਪਣੀ ਲਹੈ। ਹੁਣ ਇਹ ਜਿਹੜਾ ਮਨ ਸੀ ਸੌਂ ਗਿਆ, ਇਹਦੇ ਜਿਹੜੇ ਸਲਾਹਕਾਰ ਸੀ ਉਹ ਵੀ ਸੌਂ ਗਏ। ਤੇ ਜਦੋਂ ਇਹ ਰਾਜਾ ਸੌਂ ਗਿਆ, ਇਹਦੇ ਸਲਾਹਕਾਰ ਸੌਂ ਗਏ, ਤੇ ਕਾਲ ਨੇ ਆਪਣੇ ਦੂਤਾਂ ਨੂੰ ਹੁਕਮ ਕੀਤਾ ਵੀ ਹੁਣ ਇਹ ਰਾਜਾ ਤਾਂ ਸੌਂ ਗਿਆ ਤੇ ਹੁਣ ਰਾਜ ਤੁਸੀਂ ਕਰੋ। ਤੇ ਰਾਜੇ ਦੀ ਕੀ ਹਾਲਤ ਹੋ ਗਈ? ਮਰ ਕਹਿੰਦੇ ਨਰਪਤ ਏਕ ਸਿੰਘਾਸਨ ਸੋਆ, ਸੁਪਨੇ ਪਿਆ ਭੁਖਾਰੀ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਹੁਣ ਇਹ ਮਨ ਰਾਜਾ ਸੌਂ ਗਿਆ ਤੇ ਰਾਜ ਕਿਹਦੇ ਹੱਥ ਵਿੱਚ ਆ ਗਿਆ? ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਆ ਸਕਦਾਰ। ਹੁਣ ਇਹ ਜਿਹੜਾ ਲੋਭ ਸੀ ਉਹ ਇੱਥੇ ਰਾਜਾ ਬਣ ਕੇ ਬੈਠ ਗਿਆ। ਤੇ ਜਦੋਂ ਲੋਭ ਬੈਠ ਗਿਆ ਤੇ ਲੋਭ ਨੇ ਇਹਨਾਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ। ਹੁਣ ਇਹ ਅੱਖਾਂ ਜਦੋਂ ਦੇਖਦੀਆਂ ਨੇ, ਜੋ ਗੁਰਮੁਖਾਂ ਦੀ ਚਿੰਤਾ ਹੈ, ਸਿੰਘ ਸਾਹਿਬ ਬਚਨ ਕਰਦੇ ਨੇ ਵੀ ਜੀਵ ਦੌੜ ਰਿਹਾ ਹੈ, ਬਾਹਰ ਨੂੰ ਭੱਜ ਰਿਹਾ ਹੈ। ਉਹ ਜਦੋਂ ਦੇਖਦਾ ਹੈ ਕਿਸੇ ਦੀ ਵੱਡੀ ਕਾਰ, ਉਹਦੇ ਅੰਦਰ ਲੋਭ ਪੈਦਾ ਹੁੰਦਾ ਹੈ। ਵੱਡੀ ਕੋਠੀ ਦੇਖਦਾ ਹੈ, ਅੱਛੇ ਕੱਪੜੇ ਦੇਖਦਾ ਹੈ, ਉਹ ਆਪਣਾ ਮਿਸ਼ਨ ਭੁੱਲ ਜਾਂਦਾ ਹੈ ਵੀ ਮੈਂ ਨਿਰੰਕਾਰ ਨੂੰ ਮਿਲਣਾ, ਪਰਮਾਤਮਾ ਨੂੰ ਮਿਲਣਾ। ਉਹ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਦੌੜਦਾ ਹੈ, ਲੋਭ ਦਾ ਸਾਥ ਲੈਂਦਾ ਹੈ। ਜਿਸ ਤਰ੍ਹਾਂ ਵੀ ਉਹਨੂੰ ਕੋਸ਼ਿਸ਼ ਹੁੰਦੀ ਹੈ, ਉਸੇ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ। ਉਹਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਨੇ, ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਆ ਸਿਕਦਾਰ। ਇਹ ਜਿਹੜਾ ਲੱਭ ਹੈ ਉਹ ਰਾਜਾ ਬਣ ਗਿਆ, ਉਹਨੇ ਪਾਪ ਕਰਨੇ ਸ਼ੁਰੂ ਕਰ ਦਿੱਤਾ। ਪਾਪ ਕੀ ਹੈ? ਇਹ ਮਨ ਤਾਂ ਸੌਂ ਗਿਆ ਤੇ ਲੱਭ ਆਪਣੀ ਮਰਜ਼ੀ ਕਰਦਾ ਇਸ ਸੰਸਾਰ ਦੇ ਵਿੱਚ। ਤੇ ਸਲਾਹ ਕਿਹਦੀ ਲੈਂਦਾ ਹੈ? ਕਾਮ ਨੈਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਹੁਣ ਸਲਾਹ ਇਹਨਾਂ ਦੀ ਲਈ ਜਾਂਦੀ ਹੈ ਤੇ ਚੱਲਣ ਇਹਨਾਂ ਦੀ ਲੱਗ ਜਾਂਦੀ ਹੈ ਇਸ ਨਗਰੀ ਦੇ ਵਿੱਚ। ਤੇ ਜਦੋਂ ਲੋਭ ਦੀ ਚੱਲਦੀ ਹੈ, ਕਾਮ ਦੀ ਚੱਲਦੀ ਹੈ, ਕ੍ਰੋਧ ਦੀ ਚੱਲਦੀ ਹੈ, ਤੇ ਪਰਿਵਾਰ ਦੇ ਵਿੱਚ ਵਿਚਾਰਾਂ ਦਾ ਟਕਰਾਅ ਹੁੰਦਾ ਹੈ। ਹੁਣ ਵਿਚਾਰਾਂ ਦਾ ਟਕਰਾਅ ਕਦੋਂ ਹੁੰਦਾ ਹੈ? ਜਦੋਂ ਮਨ ਸੌਂ ਗਿਆ ਤੇ ਇਹ ਪੰਜੇ ਧੜੇ ਬਣਾਉਣੇ ਸ਼ੁਰੂ ਕਰ ਦਿੰਦੇ ਨੇ। ਤੇ ਜਦੋਂ ਧੜੇ ਬਣਾਉਂਦੇ ਨੇ, ਸਮਾਜਿਕ ਤੌਰ ਤੇ ਇੱਕ ਦੂਸਰੇ ਨਾਲ ਕਲੇਸ਼ ਪੈਂਦਾ ਹੈ ਸਾਡਾ। ਤੇ ਬਾਣੀ ਫਰਮਾਉਂਦੀ ਹੈ, ਕਲਯੁਗ ਮੇਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਹੁਣ ਵਿਚਾਰਾਂ ਦਾ ਟਕਰਾਅ ਹੋ ਗਿਆ, ਮਨ ਕਲੇਸ਼ ਵਿੱਚ ਚਲਾ ਗਿਆ ਤੇ ਇਸ ਦੇਸ਼ ਦੇ ਵਿੱਚ ਖਲਬਲੀ ਮਚ ਜਾਂਦੀ ਹੈ। ਮਾਰੇ ਕਹਿੰਦੇ, ਲੱਭ ਪਾਪ ਦੋਏ ਰਾਜਾ, ਮਹਿਤਾ ਕੂੜ ਹੋਆ ਸਕਦਾਰ, ਕਾਮ ਨੈਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੋਣੀ, ਭਾਏ ਭਰੇ ਮਰਦਾਰ। ਹੁਣ ਰਾਜਾ ਸੌਂ ਗਿਆ, ਅੰਦਰ ਇਹਨਾਂ ਦਾ ਰਾਜ ਹੋ ਗਿਆ ਤੇ ਲੋਭ ਦੇ ਵਿੱਚ ਮਨ ਦੁਖੀ ਹੁੰਦਾ ਹੈ, ਤ੍ਰਿਸ਼ਨਾ ਵੱਧਦੀ ਹੈ। ਹੁਣ ਆਸਰਾ ਲੈਣਾ ਹੈ ਜਿਹੜੇ ਜਾਗੇ ਹੋਏ ਹੁੰਦੇ ਨੇ।
लेकिन ऐसी अवस्था में काल ने धार्मिक जिहड़े आगू ने उन्हां दे उपर भी काल दा जाल फैला दिता है। उन्होंने धर्म का भे देने वास्ते दूसरिਆਂ ਦੀਆਂ ਗੱਲਾਂ ਕਰਨੀਆਂ शुरू कर ਦਿੱਤੀਆਂ, तरह तरह के रूप बनाने शुरू कर दिते। ते पातशाह कहते ज्ञानी नचे वाजे वावे रूप करे श्रृंगार। तरह तरह के कढ़ाई वाले कपड़े पा के वाजा लैके ज्ञानी जिहड़े सी उन्होंने वाद विवाद दीयां गल्लां करनियां शुरू कर दित्तियां। जिहड़ा जीव आउंदा है भी मैं सुखी होवां, मेरा मन कलेश विच है, तन कलेश विच है, मैनूं मन नूं सुख नहीं है, अस्थिरता है, ਉਹਨੂੰ वाद विवाद ਦੀਆਂ ਗੱਲਾਂ ਸੁਣਾਉਂਦੇ ਨੇ। ਤੁਸੀਂ ਦੇਖਦੇ ਹੋ ਜਦੋਂ ਜੀਵ ਆਉਂਦਾ ਹੈ ਉਹਦਾ ਮਕਸਦ ਹੈ ਨਿਰੰਕਾਰ ਪਰਮਾਤਮਾ ਨੂੰ ਮਿਲਣਾ, ਤੇ ਐਸੀ ਅਵਸਥਾ ਦੇ ਵਿੱਚ ਉਹਨੂੰ ਕਿਹਾ ਜਾਂਦਾ ਕਿ ਪਰਮਾਤਮਾ ਤਾਂ ਕੋਈ ਹੁੰਦਾ ਹੀ ਨਹੀਂ ਹੈ, ਪਰਮਾਤਮਾ ਨੂੰ ਤਾਂ ਮਿਲਿਆ ਹੀ ਨਹੀਂ ਜਾ ਸਕਦਾ, ਨਿਰੰਕਾਰ ਤਾਂ ਹੁੰਦਾ ਹੀ ਨਹੀਂ ਹੈ। ਆਹੀ ਸਾਰਾ ਕੁਝ ਹੈ। ਉਹ ਕਾਲ ਦਾ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਗਿਆਨੀ ਨੱਚੇ ਵਾਜੇ ਵਾਵੇ अरूप करे सिगार, उच्चे कूके वादा गावे जोधा का विचार। वो दूसरे दे नाल जो उन्हां दा वाद विवाद है, दुविधा है, उहदियां गल्लां करनियां शुरू कर दिंदे ने। ते संसार दे विच जिहड़ा मन ने जागना हुंदा है वो मन नहीं जागदा। ऐसी अवस्था दे विच पातशाह कहंदे ने हौली हौली असल जिहड़ा धर्म है वो खत्म हुंदा जांदा है। धर्मी धर्म करे गवावे मंगे मोख द्वार। जिहड़े लोभ की कमाई करते हैं वो धर्म का कारज नहीं करते, लेकिन चाहते हैं सानू मुक्ति मिल जाए, तो पातशाह कहते वो नहीं मिलती। तो ऐसी अवस्था में मूर्ख पंडित उठ खलोंदे ने जिहड़े उन्हां दे दुखों का हल करने वास्ते शरीर दीयां पत्तरियां वाचनियां शुरू कर दिंदे ने। मूर्ख पंडित हिकमत हुज्जत संजय करे प्यार। उन्होंने तन की पत्री वाचनी शुरू कर देनी होंदी है भी तुहानू ऐस करके हो रहा है, इस तरह हो रहा है, जाने कि संसार दे विच सारे ही रस्ते जिहड़े ने वो बंद हो जाते हैं। इस अवस्था विच पातशाह जदों देखते हैं उन्होंने देखा भी सारे जिहड़े मन ने वो इत्थे सुते हुए ने। ते कित्थे ने? पातशाह कहंदे तिही गुणी संसार भरम सुता। तिन्ना गुणां दे विच मन जिहड़ा सुता पिया ते काल ही सारे पासे राज करी जा रहा, चलाई जा रहा है। मन नहीं जागदा। ते मन किथे सुता है? तिन्ना गुणां दे विच। इत्थे पातशाह जिहड़ी माया दा बचन करदे ने वो तिन्ना गुणां नूं कह रहे ने। राजगुण तमगुण सतगुण कहिए ये तेरी सब माया। चौथे पद को जो नर चीने तिन ही परम पद पाया। हुण तिन्ना गुणां दे विच पातशाह कहन बचन करदे ने सुतड़े असंख। जदों महाराज ने देखिया गुरु नानक देव जी संसार विच आए, उन्होंने संसार का चक्कर लाया, उन्होंने देखा सारे पासे मन सुते हुए ने। ते जे ये ना जागे आउण वाला समा बहुत खतरनाक होएगा। कला का युग वाजेगा, कलयुग आएगा, तो की हालात पैदा होणगे। वो भविष्यवाणी जिहड़ी है गुरु नानक देव जी ने बाणी दे विच भी कीती हुई है भी जे ज़्यादा मन सुते रहे किहो जिहा समा आएगा। वो निशानियां प्रगट हो रही ने, तां ही गुरमुखा ने उहदे ते चिंता जार की है भी धर्म जिहड़ा है वो भी जी भुलदा जा रहा है अपना, समाजिक तौर पर भी स्थिरता फैल रही है, और राजनीतिक जिहड़ा है वो भी किसी नूं सही जिहड़ा है राजा न्याऊ करे हथ होए, लय दिते बिन रहे न कोई, कहे खुदाए न माने कोई। अपने हक का भी वास्ता पाउंदे ने पर उथे भी सुनवाई नहीं हो रही। कारण की है? पातशाह कहन लगे सुतड़े असंख माया झूठी कारने। तिन्ना गुणां दे विच मन आके सौ गए ने। ते पातशाह ने कहा इन्हां नूं जगाउणा पएगा। ते कौन जागेगा? हुण इत्थे मन सुता होया है, शरीर तो जाग रहा है, मन नूं किवें जगाउणा है? पातशाह कहंदे सिमर 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 गुर अपना, सोया मन जगाई। मन नूं जगाउण वास्ते पातशाह ने बचन कीता नानक से
जागन जे रसना नाम उचारने। ਉਹਨਾਂ ਨੇ ਵਿਚਾਰ ਦਿੱਤਾ ਵੀ ਪਹਿਲਾਂ ਤੁਸੀਂ ਜਾਗੋ, ਤੁਹਾਨੂੰ ਆਪਣੇ ਆਪ ਦਾ ਪਤਾ ਲੱਗੇ ਤੁਸੀਂ ਕੌਣ ਹੋ। ਤੁਸੀਂ ਤਾਂ ਰਾਜੇ ਹੋ, ਲੇਕਿਨ ਕਾਲ ਦੇ ਦਾਇਰੇ ਵਿੱਚ ਮੰਗਤੇ ਬਣ ਗਏ ਹੋ, ਕਾਲ ਦੇ ਕੋਲੋਂ ਮੰਗਦੇ ਫਿਰਦੇ ਹੋ। ਤੁਹਾਨੂੰ ਤਾਂ ਨਿਰੰਕਾਰ ਨੇ ਰਾਜਾ ਬਣਾਇਆ ਹੈ। ਕਾਇਆ ਕੋਟ ਗੜੇ ਮੈਂ ਰਾਜਾ, ਨੈਬ ਖਵਾਸ ਭਲਾ ਦਰਵਾਜ਼ਾ। ਤੇ ਪਾਤਸ਼ਾਹ ਕਹਿੰਦੇ ਪਹਿਲਾਂ ਤੁਸੀਂ ਜਾਗੋ। ਤੇ ਜਾਗਣਾ ਕਿਵੇਂ ਹੈ? ਜਦੋਂ ਅਸੀਂ ਗੁਰਬਾਣੀ ਨੂੰ ਸਰਵਣ ਕਰਦੇ ਹਾਂ। ਪਾਤਸ਼ਾਹ ਕਹਿੰਦੇ ਨੇ ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨੇੜੀ ਅਕਥ ਕਹਾਣੀ ਰਾਮ। ਜਾਗਣਾ ਹੈ ਜਦੋਂ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਕੇ, ਜਾਂ ਜਦੋਂ ਆਪਾਂ ਨੂੰ ਪਾਤਸ਼ਾਹ ਸਮਝਾਉਂਦੇ ਨੇ ਜੇ ਮਨ ਨੂੰ ਜਗਾਉਣਾ ਹੈ ਤਾਂ ਸਿਮਰਨ ਕਰਕੇ ਜਗਾ ਸਕਦੇ ਹੋ। ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ। ਕਿਵੇਂ ਜਗਾਉਣਾ ਹੈ? ਆਪਣੇ ਮਨ ਨੂੰ, ਕਿਉਂਕਿ ਜੇ ਜਾਗੇ ਹੋਵਾਂਗੇ ਤੇ ਤਾਂ ਹੀ ਪਤਾ ਲੱਗੇਗਾ ਸਮਾਜਿਕ ਤੌਰ ਤੇ ਕਿਵੇਂ ਵਿਚਰਨਾ ਹੈ। ਤੇ ਜੇ ਸੁੱਤੇ ਰਹਿ ਗਏ ਤੇ ਫਿਰ ਕਾਲ ਹੀ ਸਾਨੂੰ ਚਲਾਈ ਜਾਵੇਗਾ। ਸਾਡੇ ਨੇਤਰਾਂ ਦਾ, ਸਾਡੇ ਸ਼ਰਵਣਾਂ ਦਾ, ਸਾਡੀ ਰਸਨਾ ਦਾ ਇਹ ਕਾਲ ਹੀ ਇਸਤੇਮਾਲ ਕਰੇਗਾ। ਆਪਾਂ ਜਾਗਣਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਜਾ ਕੇ ਆਪਣੀ ਵਸਤੂ ਪ੍ਰਾਪਤ ਕਰਨੀ ਹੈ। ਕਿਵੇਂ ਜਾਗਣਾ ਹੈ? ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਜਗਾਉਣਾ ਹੈ। ਪਿਆਰ ਦੇ ਨਾਲ ਕਿਵੇਂ ਜਾਗਣਾ? ਆਓ ਸਾਰੇ ਜਾਣੇ ਕੋਸ਼ਿਸ਼ ਕਰੀਏ ਗੁਰੂ ਦੇ ਮੰਤਰ ਦਾ ਜਾਪ ਮਨ ਨੂੰ ਜਗਾਉਣ ਵਾਸਤੇ। ਬੋਲਣਾ ਤੇ ਪਾਤਸ਼ਾਹ ਕਹਿੰਦੇ ਸੁਣਨਾ। ਐਸੀ ਅਵਸਥਾ ਦੇ ਵਿੱਚ ਚਲੇ ਜਾਣਾ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਜਿਸ ਤਰ੍ਹਾਂ ਕੋਈ ਹਲੂਣ ਕੇ ਜਗਾਉਂਦਾ ਹੈ ਕਿਸੇ ਨੂੰ, ਆਤਮਾ ਨੇ ਆਵਾਜ਼ ਦੇਣੀ ਹੈ, ਮਨ ਨੂੰ ਤੁਸੀਂ ਹਾਜ਼ਰ ਰੱਖਣਾ ਹੈ ਤੇ ਮਨ ਹੌਲੀ ਹੌਲੀ ਜਾਗੇਗਾ। ਆਓ ਸਾਰੇ ਰਸਨਾ ਦੇ ਨਾਲ ਬੋਲਣਾ ਕਰੋ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਇਸਾ ਲਗਾਤਾਰ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਜਿਹੜੇ ਵਿਚਾਰ ਨੇ, ਸਹਿੰਸੇ ਨੇ, ਚਿੰਤਾਵਾਂ ਨੇ, ਇਹ ਰਜੋ ਗੁਣ ਹੈ, ਤਮੋ ਗੁਣ ਹੈ, ਇਹ ਹੌਲੀ ਹੌਲੀ ਰੁਕਣੇ ਸ਼ੁਰੂ ਹੋ ਜਾਂਦੇ ਨੇ। ਤੇ ਜਿਵੇਂ ਜਿਵੇਂ ਮਨ ਇਹਨਾਂ ਵਿਚਾਰਾਂ ਤੋਂ ਰਹਿਤ ਹੁੰਦਾ ਹੈ, ਪੌਣ ਸਮ ਹੋ ਜਾਂਦੀ ਹੈ, ਅੰਦਰ ਸ਼ਬਦ ਪ੍ਰਗਟ ਹੋ ਜਾਂਦਾ ਹੈ। ਤੇ ਜਦੋਂ ਅੰਦਰੋਂ ਸ਼ਬਦ ਦੇ ਨਾਲ ਲਿਵ ਜੁੜਦੀ, ਮਨ ਜਾਗਣਾ ਸ਼ੁਰੂ ਹੋ ਜਾਂਦਾ। ਤੇ ਪਾਤਸ਼ਾਹ ਫਰਮਾਉਂਦੇ ਨੇ ਧੁਨ ਉਪਜੇ ਸ਼ਬਦ ਜਗਾਇਆ। ਜਦੋਂ ਸ਼ਬਦ ਦੇ ਨਾਲ ਜੁੜਦਾ ਤੇ ਮਨ ਜਾਗਦਾ ਹੈ। ਜਦੋਂ ਮਨ ਜਾਗਦਾ ਫਿਰ ਉਸ ਨੂੰ ਆਪਣੇ ਘਰ ਦੀ, ਆਪਣੇ ਦਰ ਦੀ ਸੁਝ ਆਉਂਦੀ ਹੈ। ਲੇਕਿਨ ਪਾਤਸ਼ਾਹ ਅੱਗੇ ਸਮਝਾਉਂਦੇ ਨੇ ਇਹ ਤਾਂ ਹੈ ਜਿਹੜੇ ਗੁਰੂ ਦੀ ਮੱਤ ਦੁਆਰਾ ਜਾਗਦੇ ਨੇ। ਤੇ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੀ ਮੱਤ ਪ੍ਰਾਪਤ ਨਹੀਂ ਕਰਦੇ, ਉਹਨਾਂ ਦਾ ਜਿਹੜਾ ਮਨ ਹੈ ਇਸ ਮਾਇਆ ਦੇ ਘਰ ਦੇ ਵਿੱਚ ਹੀ ਰਹਿੰਦਾ ਹੈ ਤੇ ਉਹ ਆਪਣੀ ਮੱਤ ਦੁਆਰਾ ਜਾਗਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਦੋਂ ਆਪਣੀ ਮੱਤ ਦੁਆਰਾ ਜਾਗਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਅਵਸਥਾ ਕੈਸੀ ਬਣ ਜਾਂਦੀ ਹੈ? ਸੰਸਾਰ ਦੇ ਵਿੱਚ ਵਿਚਰਦੇ ਨੇ ਵੀ ਅਸੀਂ ਆਪਣੀ ਮੱਤ ਦੁਆਰਾ ਸੁਖੀ ਹੋ ਸਕੀਏ, ਅਸੀਂ ਆਪਣੀ ਮੱਤ ਦੁਆਰਾ ਸੰਸਾਰ ਦੇ ਵਿੱਚ ਵਿਚਰ ਸਕੀਏ। ਲੇਕਿਨ ਪਾਤਸ਼ਾਹ ਕਹਿੰਦੇ ਉਹ ਹੋਰ ਦੁਖੀ ਹੋ ਜਾਂਦੇ ਨੇ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕੋਈ ਭੱਜਦਾ ਹੈ, ਮੈਂ ਉੱਥੇ ਚਲੇ ਜਾ ਸੁਖੀ ਹੋ ਜਾਵਾਂਗਾ, ਮੈਂ ਫਲਾਨੀ ਜਗ੍ਹਾ ਤੇ ਚਲੇ ਜਾ ਸੁਖੀ ਹੋ ਜਾਵਾਂਗਾ। ਉਹਨੇ ਦੌੜਦਾ ਹੈ ਆਸ ਲੈ ਕੇ, ਜਿਸ ਤਰ੍ਹਾਂ ਮਿਰਗ ਭੱਜਦਾ ਹੈ। ਜਦੋਂ ਉਹ ਚੱਲਦਾ ਹੈ ਪਾਣੀ ਦੀ ਤਲਾਸ਼ ਦੇ ਵਿੱਚ ਤੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਬਰੇਤੇ ਤੇ ਪੈਂਦੀਆਂ ਨੇ, ਉਹ ਚਮਕਦਾ ਹੈ, ਉਹ ਸਮਝਦਾ ਕਿ ਇਹ ਪਾਣੀ ਹੈ। ਦੌੜ ਕੇ ਜਾਂਦਾ ਹੈ ਭੱਜ ਕੇ,
लेकिन उत्थे उसनूं पानी मिलता नहीं। इस तरह भजदा भजदा अखीर ते वो अपने सवास ही त्याग दिंदा है। इस तरह अज का जिहड़ा मनुख है वो दौड़ रहा है गुरु तो बिना, गुरु की मत तो बिना अपनी मत द्वारा भजी जा रहा है। तो जिथे मर्जी भज के चले जाओ। मारे कहते ने देश छोड़ परदेसे धाया, पंच चंडाल नाले लै आया। जे असी घर दे विच इस ते अभ्यास करके नहीं जागांगे गुरु की मत द्वारा तो सानू किते भी सुख नहीं मिलेगा। तो पातशाह कहते ने सुख ना ही बहुते धन खाटे, सुख ना ही भेखे निरत नाटे, सुख ना ही बहु देश कमाए, सर्व सुखा हर हर गुण गाए। ऐसी अवस्था दे विच गुरु की मत तो हीना मनुख मिर्ग तृष्णा भेख भुलने, मिर्ग तृष्णा भेख भुलने, वुठे नगर गरंदरब। गुरु की मत तो बिना जीव कोशिश करता, कदी किते भजदा कदी किते भजदा, जागण की कोशिश करता है तो वह अपना ध्यान ही गलत ला बैठता है। हुण धार्मिक तौर पर कई जीव कोशिश करते हैं कि असी परमात्मा दे नाल मिलीए, तो वह ज़्यादा ध्यान कई दफा मस्तक दे विच लाउणा शुरू कर दिंदे ने। इत्थे ध्यान लाउंदे ने, इत्थों तत्तां दा प्रकाश शुरू हो जाता है। तो तत्तां दे प्रकाश दे विच उन्हां नूं तरह तरह के रंग रूप नज़र आने शुरू हो जाते हैं। तो जिहड़े रंग रूप नज़र आउंदे ने उन्होंने भी गुरबाणी दे विच हर चंदौरी किया है, मिर्ग तृष्णा किया है, गंधर्व नगरी किया है। क्योंकि असल सच्चाई नहीं है, वो असल सच नहीं है। इस करके गुरु तो बेमुख होके गुरु तो हीना मनुख जिहड़ा है ना समाजिक तौर पर सुखी हो सकता है तो ना अध्यात्मिक तौर पर कुछ प्राप्त कर सकता है। इस करके पातशाह गुरबाणी अंदर फरमाउंदे ने, जिन्नी सच आराध्या नानक मन तन फब। जेड़े पूरे गुरु की शरण में आ जाते हैं। तो कलयुग दे पूरा गुरु कौन है? वाहो वाहो पूरे गुर की बाणी, पूरे गुर ते उपजी सच समाणी। पूरा गुरु है सतगुरु श्री गुरु ग्रंथ साहिब की गुरबाणी। जदों असी पूरे गुरु की शरण में आउंदे हां, वो पहला सानू समाजिक विच विचरना सिखाउंदे ने। आंदे ने तुसी जागो ते देखो क्यों कलेश पै रहा है, क्यों झगड़ा हो रहा है। तो जदों असी जागदे हां सानू भेद खुलदा है भी घर दे विच ये जिहड़ी लड़ाई है, ये कलेश है, इन्हां पंजां दा पाया होया है। कहो कबीर पंच को झगड़ा, झगड़त जन्म गवाया। तो जदों गुरु समझाउंदा, जे तुहानू कोई शब्द की चोट भी मार दिंदा है तुसी सहार लैंदे हो, क्योंकि गुरु का उपदेश है। तो गुरु का उपदेश है किसी की निंदिया, किसी की चुगली, किसी नाल ईरखा ते किसी नाल दवैश नहीं करनी। तो जदों गुरु के उपदेश नूं पल्ले नाल बन लैंदे हां, समाजिक तौर पर तुसी जदों विचरदे हो तो परिवारां दे विच सुख आउंदा है, शांति आउणी शुरू हो जाती है। तो गुरु फिर सानू संसार दे विच राजनीतिक तौर पर विचरना भी सिखाउंदा है कि जदों तुसी दूसरे दे वास्ते कोई फैसला लेना है तो धर्म के आछे अनुसार लेना है। तो धर्म की परिभाषा की है? मानस की जात सबे एके पहचान बो। तुसी किसी दे नाल भी विरोध नहीं करना। जे तुहाडे कोल न्याय दा कुंडा है तो सारियां दे नाल बराबर दा, सारियां दे नाल प्यार करना है। साच कहूं सुन लेहो सबै, जिन प्रेम कियो तिन ही प्रपायो। फिर गुरु राजनीतिक तौर पर भी विचरना सिखाउंदा है भी किस तरह तुसी भले दा उद्यम करना है, भला कर्म करना है। तो तीसरा जदों आप अध्यात्मिकता आउंदे हां, धार्मिक ते आउंदे हां, तो फिर गुरु दसदा है भी आ सीधा रस्ता नहीं तुसी जाना, इधर दी कोई रस्ता नहीं जाता तुहाडे घर नूं। इधरों गंधर्व नगरी शुरू हो जाती है। तो तुसी ध्यान कित्थे लाउणा है? सच दे विच। सच जिन्नी सच आराध्या। सच क्या है? निराकार नूं, जिहदा कोई रूप रंग रेख भेख चक्कर चेन वर्ण जात पात नहीं है, जिसनूं गुरु नानक पातशाह ने आद सच किया है। तो जिहड़ा आद सच है वो इस काया दे विच कित्थे निवास करदा है?
ਤੇ ਪਾਤਸ਼ਾਹ ਫਰਮਾਉਂਦੇ ਨੇ, ਅਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਕਹਿੰਦੇ ਤੁਸੀਂ ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਜਦੋਂ ਆਓਗੇ ਤੇ ਤੁਸੀਂ ਸੱਚ ਦੇ ਨਾਲ ਪਿਆਰ ਪਾਉਣਾ ਹੈ। ਜਿਹੜਾ ਪੂਰਾ ਗੁਰੂ ਹੈ ਉਹ ਫਿਰ ਸਾਡਾ ਧਿਆਨ ਸਿੱਧਾ ਸੱਚ ਦੇ ਵਿੱਚ ਲਵਾ ਦਿੰਦਾ ਹੈ। ਇਸ ਕਰਕੇ ਪੂਰੇ ਗੁਰੂ ਦੀ ਨਿਸ਼ਾਨੀ ਹੈ, ਸੋ ਗੁਰ ਕਰੋ ਜੇ ਸਾਚ ਦ੍ਰਿੜਾਵੇ। ਗੁਰੂ ਨੇ ਸੱਚ ਦੇ ਵਿੱਚ ਸਾਡਾ ਧਿਆਨ ਲਵਾਉਣਾ ਹੁੰਦਾ ਹੈ। ਅਕਥ ਕਥਾਵੇ ਸ਼ਬਦ ਮਿਲਾਵੇ, ਤੇ ਸਾਡੀ ਜਿਹੜੀ ਲਿਵ ਹੈ ਉਹ ਸ਼ਬਦ ਨਾਲ ਜੋੜ ਕੇ ਸੱਚ ਦੇ ਸਨਮੁਖ ਕਰ ਦੇਣਾ ਹੈ। ਅਧਿਆਤਮਿਕ ਤੌਰ ਤੇ ਵੀ ਜਿਹੜਾ ਪੂਰਾ ਗੁਰੂ ਹੈ ਉਹ ਸਫਲ ਕਰ ਦਿੰਦਾ ਹੈ। ਤੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹੀਂ ਸੱਚ ਅਰਾਧਿਆ। ਤੇ ਸੱਚ ਨੂੰ ਅਰਾਧਨਾ ਕਿਵੇਂ ਹੈ? ਹੁਣ ਬਹੁਤੇ ਜਿਹੜੇ ਜੀਵ ਨੇ ਉਹ ਸੱਚ ਨੂੰ ਬੋਲਣਾ ਹੀ ਸੱਚ ਸਮਝਦੇ ਨੇ। ਕਹਿੰਦੇ ਨੇ ਅਸੀਂ ਤਾਂ ਸੱਚ ਬੋਲਦੇ ਹਾਂ ਜੀ, ਤੇ ਜੀਵ ਕਹਿੰਦੇ ਨੇ ਇਹ ਤਾਂ ਸੱਚ ਬੋਲਦਾ ਹੈ, ਇਹ ਤਾਂ ਬੜਾ ਸੱਚਾ ਆਦਮੀ ਹੈ। ਹੁਣ ਜੇ ਤੁਸੀਂ ਇਹੋ ਜਿਹਾ ਸ਼ਬਦ ਕੋਈ ਬੋਲ ਦਿੱਤਾ ਤੇ ਉਹਦਾ ਮਨ ਦੁਖੀ ਹੋ ਗਿਆ ਤੇ ਤੁਹਾਡਾ ਸੱਚ ਬੋਲਿਆ ਉੱਥੇ ਕੀ ਕਰੇਗਾ? ਸੱਚ ਤੋਂ ਭਾਵ ਕੀ ਹੈ? ਨਿਰੰਕਾਰ ਪਰਮਾਤਮਾ। ਤੇ ਸੱਚ ਦੀ ਆਰਾਧਨਾ ਕਿਵੇਂ ਹੁੰਦੀ ਹੈ? ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਨੇ, ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਹੋਵੇ, ਨਦਰੀ ਮਨ ਨਿਰਮਲ ਹੋਏ। ਜਦੋਂ ਗੁਰੂ ਪਰਦਾ ਪਾਸੇ ਕਰ ਦਿੰਦਾ, ਸਨਮੁਖ ਕਰ ਦਿੰਦਾ ਹੈ, ਉਥੇ ਫਿਰ ਜੀਵ ਸਨਮੁਖ ਹੋ ਕੇ ਉਹਦੀ ਸੇਵਾ ਕਰਦੇ ਨੇ, ਉਹਨੂੰ ਦੇਖਦੇ ਨੇ। ਜਿਸ ਨੂੰ ਮਾਰੇ ਕਹਿੰਦੇ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪਰਦਾ ਪਾਸੇ ਹੋ ਗਿਆ, ਗੁਰੂ ਨੇ ਸਿੱਧਾ ਸੱਚ ਦੇ ਨਾਲ ਜੋੜ ਦਿੱਤਾ। ਤੇ ਸੱਚ ਦੀ ਆਰਾਧਨਾ ਹੈ ਸੱਚ ਨੂੰ ਦੇਖ ਕੇ। ਲੋਇਨ ਦੇਖ ਰਹੇ ਵਿਸਮਾਦੀ, ਚਿਤ ਅਦ੍ਰਿਸ਼ਟ ਲਗਾਏ, ਅਦ੍ਰਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਿਲਾਏ। ਉਸ ਅਵਸਥਾ 'ਚ ਪਾਤਸ਼ਾਹ ਕਹਿੰਦੇ ਨੇ, ਜਿਨ੍ਹੀਂ ਸੱਚ ਅਰਾਧਿਆ, ਜਿਹਦਾ ਉਹ ਸੱਚ ਨਾਲ ਪ੍ਰੇਮ ਪੈ ਗਿਆ, ਜਿਹੜਾ ਉਹ ਸੱਚ ਨਾਲ ਜੁੜ ਗਿਆ, ਨਾਨਕ ਮਨ ਤਨ ਫੱਬ, ਉਹ ਐਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸੋਹਣਾ ਲੱਗਣ ਲੱਗ ਜਾਂਦਾ ਹੈ। ਜਦੋਂ ਤੁਸੀਂ ਸੱਚ ਨਾਲ ਜੁੜ ਗਏ, ਅੰਤਰ ਬਾਹਰ ਹਰ ਪ੍ਰਭ ਏਕੋ, ਤੁਸੀਂ ਦੂਸਰੇ ਵਿੱਚ ਵੀ ਉਹਦਾ ਰੂਪ ਦੇਖਿਆ। ਤੁਸੀਂ ਕਿਸੇ ਨੂੰ ਮਿਲਦੇ ਹੋ, ਬੜੇ ਪਿਆਰ ਨਾਲ ਮਿਲਦੇ ਹੋ, ਉਹ ਵੀ ਤੁਹਾਡਾ ਸਤਿਕਾਰ ਕਰੇਗਾ। ਉਰ ਧਾਰੇ ਅੰਤਰ ਜੋ ਨਾਮ, ਸਰਬ ਮੈਂ ਪੇਖੇ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੇ, ਨਾਨਕ ਆਪਰਸ ਸਗਲ ਨਿਸਤਾਰੇ। ਸਮਾਜਿਕ ਤੌਰ ਤੇ ਵਿਚਰਦੇ ਹੋ, ਕਿਸੇ ਨੂੰ ਪਿਆਰ ਨਾਲ ਮਿਲਦੇ ਹੋ, ਊਚ ਨੀਚ ਭੇਦਭਾਵ ਮਿਟਾ ਕੇ ਮਿਲਦੇ ਹੋ ਤੇ ਸੋਹਣੇ ਲੱਗਦੇ ਹੋ। ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੋ, ਅਧਿਆਤਮਿਕ ਰਸਤੇ ਚੱਲਦੇ ਹੋਏ ਨਿਰੰਕਾਰ ਨਾਲ ਜੁੜਦੇ ਹੋ ਤੇ ਦਰਗਾਹ ਦੇ ਵਿੱਚ ਥਾਂ ਮਿਲਦੀ ਹੈ, ਉਹ ਤੇ ਵੀ ਤੁਸੀਂ ਫੱਬਦੇ ਹੋ, ਸੋਹਣੇ ਲੱਗਦੇ ਹੋ। ਤੇ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ, ਲੋਕ ਵੀ ਸੁਖੀ ਹੋ ਜਾਂਦਾ, ਪਰ ਲੋਕ ਵੀ ਸੇਲਾ ਹੋ ਜਾਂਦਾ ਹੈ। ਜਿਹੜਾ ਮਨ ਫਿਰ ਇਸ ਅਵਸਥਾ ਵਿੱਚ ਵਿਚਰਦਾ ਤੇ ਜਦੋਂ ਉਹ ਫਿਰ ਘਰ ਜਾਂਦਾ, ਉਸ ਨੂੰ ਅਬਨਾਸੀ ਰਾਜ ਦੀ ਪ੍ਰਾਪਤੀ ਹੁੰਦੀ ਹੈ। ਤੇ ਪਰਮਾਤਮਾ ਖੁਸ਼ ਹੋ ਕੇ ਉਸ ਨੂੰ ਫਿਰ ਸਿਰੋਪਾਓ ਦੀ ਬਖਸ਼ਿਸ਼ ਕਰਦਾ ਹੈ। ਜਿਸ ਤਰ੍ਹਾਂ ਗੁਰਮੁਖਾਂ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ, ਇਸੇ ਤਰ੍ਹਾਂ ਜਦੋਂ ਮਨ ਇਹ ਸਮਾਜਿਕ, ਇਹ ਸੰਸਾਰ ਵਿੱਚ ਰਾਜਨੀਤਿਕ ਔਰ ਅਧਿਆਤਮਿਕ ਰਸਤੇ ਚੱਲਦਾ ਹੋਇਆ ਨਿਜ ਮਹਿਲ ਵਿੱਚ ਪ੍ਰਵੇਸ਼ ਹੁੰਦਾ ਹੈ ਤੇ ਨਿਰੰਕਾਰ ਪਰਮਾਤਮਾ ਉਸ ਨੂੰ ਆਪਣੇ ਘਰ ਵਿੱਚੋਂ ਸਿਰੋਪਾਓ ਦੀ ਬਖਸ਼ਿਸ਼ ਕਰਦੇ ਨੇ ਤੇ ਉਹਨੂੰ ਮਹਿਲ ਦੇ ਵਿੱਚ ਨਵਾਜਦੇ ਨੇ। ਮਾਰੇ ਕਹਿੰਦੇ, ਜਿਸੇ ਨਵਾਜੇ ਗੁਰਮੁਖ ਸਾਜੇ, ਨਾਮ ਵਸੇ ਤਿਸ ਅਨਹਦ ਵਾਜੇ, ਤਿਸ ਹੀ ਸੁਖ ਤਿਸ ਹੀ ਠੁਕਰਾਈ, ਤਿਸ ਨਾ ਆਵੇ ਜਮ ਨੇੜਾ ਹੈ। ਉਹਨੂੰ ਫਿਰ ਅਬਨਾਸੀ ਰਾਜ ਦੀ ਪ੍ਰਾਪਤੀ ਕਰਾਉਂਦੇ ਨੇ, ਜਿਸ ਨੂੰ ਮਾਰੇ ਗੁਰਬਾਣੀ ਦੱਸਦੇ ਨੇ ਵੀ ਅਬਨਾਸੀ ਰਾਜ ਫਿਰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਐਸੀ ਅਵਸਥਾ ਵਿੱਚ ਆਪਾਂ ਇਹ ਕੋਸ਼ਿਸ਼ ਕਰਨੀ ਹੈ ਵੀ ਸੰਸਾਰ ਵਿੱਚ ਵਿਚਰਦੇ ਹੋਇਆਂ ਇਹ ਤਿੰਨੇ ਪੱਖ ਨੇ, ਇਹਨਾਂ ਨੂੰ ਸੰਪੂਰਨ ਕਰਨਾ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਜੋ ਬਚਨ ਹੈ, ਆਪਾਂ ਕੋਸ਼ਿਸ਼ ਕਰਨੀ ਕਿ ਬੜੇ ਗੰਭੀਰ ਵਿਚਾਰ ਨੇ, ਉਹਨਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ, ਇਹ ਨਹੀਂ ਵੀ ਸੁਣ ਕੇ ਛੱਡ ਜਾਣਾ ਹੈ, ਕੋਸ਼ਿਸ਼ ਕਰਨੀ ਹੈ ਉਹਦੇ ਤੇ ਪਹਿਰਾ ਦਿੰਦੇ ਹੋਏ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ। ਇਹਨੇ ਹੀ ਵਿਚਾਰ ਕਰਦੇ ਹੋਏ ਅਗਰ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਆਪ ਸੰਗਤ ਅਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।